ਹੈਲੋ ਬ੍ਰਦਰਸ। ਅੱਜ ਦੇ ਐਪੀਸੋਡ ਵਿੱਚ ਆਪਾਂ ਪੇਜ ਨੰਬਰ 5 ਤੇ 6 ਟ੍ਰਾਂਸਲੇਟ ਕਰਾਂਗੇ। Domanda prima. I cittadini extraui possono entrare in Italia se sono in possesso di passaporto e visto di ingresso validi. I cittadini extraui ਜਿਹੜੇ ਗੈਰ ਯੂਰਪੀ ਨਾਗਰਿਕ ਹੁੰਦੇ ਆ possono entrare in Italia ਉਹ ਇਟਾਲੀਆ ਦੇ ਵਿੱਚ ਐਂਟਰ ਕਰ ਸਕਦੇ ਆ se sono in possesso di passaporto e visto di ingresso validi ਜੇ ਉਹਨਾਂ ਦੇ ਕੋਲ ਵੈਲਿਡ ਪਾਸਪੋਰਟ ਤੇ ਐਂਟਰੀ ਲਈ ਵੀਜ਼ਾ ਹੈਗਾ ਆ ਤਾਂ ਜਿਹੜੇ ਗੈਰ ਯੂਰਪੀ ਵਿਦੇਸ਼ੀ ਆ ਉਹ ਇਟਾਲੀਆ ਦੇ ਵਿੱਚ ਐਂਟਰ ਕਰ ਸਕਦੇ ਆ। ਵੇਰੋ Second, ingresso nel territorio italiano è consentito agli stranieri extraui che si presentano attraverso un valico di frontiera e siano in possesso di un passaporto o di altro documento di viaggio equivalente riconosciuto valido per attraversamento delle frontiere। ਇਹਦੇ ਵਿੱਚ ਕਿਹਾ ਗਿਆ ਆ ingresso nel territorio italiano è consentito ਹਾਲੀ ਸਟ੍ਰਾਨੇਰੀ ਐਕਸਟਰਾ ਹੋਈ ਜਿਹੜੇ ਗੈਰ ਯੂਰਪੀ ਵਿਦੇਸ਼ੀ ਹੁੰਦੇ ਆ ਉਹਨਾਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਜਿਹੜੀ ਆ ਉਹ ਅਲਾਉਡ ਹੁੰਦੀ ਆ ਕੰਸੈਂਟੀਟੋ ਹੁੰਦੀ ਆ ਕਿ ਸੀ ਪ੍ਰੈਜ਼ੈਂਟਾਨੋ ਅਟਰਾਵੇਰਸੋ ਓਨ ਵਾਲਿਕੋ ਦੀ ਫਰੰਟੀਏਰਾ ਜਿਹੜੇ ਕਿ ਕਿਸੇ ਬਾਰਡਰ ਦੀ ਸਰਹੱਦ ਨੂੰ ਪਾਰ ਕਰਨ ਲੱਗਿਆਂ ਪ੍ਰੈਜ਼ੈਂਟ ਕਰਦੇ ਆ ਦਿਖਾਉਂਦੇ ਆ ਸਿਆਨੋ ਇਨ ਪੋਜੈਸੋ ਦੀ ਓਨ ਪਾਸਾਪੋਰਟੋ ਪਾਸਪੋਰਟ ਦਿਖਾਉਂਦੇ ਆ ਜਾਂ ਕੋਈ ਹੋਰ altro documento di viaggio ਦਿਖਾਉਂਦੇ ਆ ਜਾਂ ਕੋਈ ਹੋਰ ਜਿਹੜਾ ਡਾਕੂਮੈਂਟ ਦਿਖਾਉਂਦੇ ਆ ਸਫ਼ਰ ਕਰਨ ਲਈ equivalente riconosciuto valido ਜਿਹੜਾ ਕਿ ਵੈਲਿਡ ਹੋਵੇ per attraversamento delle frontiere ਬਾਰਡਰ ਕ੍ਰਾਸ ਕਰਨ ਲਈ ਜਿਹੜਾ ਕਿ ਵੈਲਿਡ ਹੋਵੇ ਉਹ ਵਾਲਾ ਡਾਕੂਮੈਂਟ ਜਾਂ ਪਾਸਪੋਰਟ ਦਿਖਾਉਂਦੇ ਆ ਉਹਨਾਂ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਜਿਹੜੀ ਆ ਅਲਾਉਡ ਹੁੰਦੀ ਆ। ਵੇਰੋ Third, ingresso nel territorio italiano è consentito agli stranieri extraui che abbiano un visto di ingresso o di transito nei casi in cui è richiesto। ਇਹਦੇ ਵਿੱਚ ਕਿਹਾ ਗਿਆ ਆ ਉਹਨਾਂ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਅਲਾਉਡ ਹੁੰਦੀ ਹੈ ਜਿਨ੍ਹਾਂ ਦੇ ਕੋਲ ਐਂਟਰੀ ਲਈ ਜਾਂ ਟ੍ਰਾਂਜ਼ਿਟੋ ਮਤਲਬ ਸਟੇ ਲਈ ਵੀਜ਼ਾ ਹੋਵੇ। ਵੇਰੋ Fourth, ingresso nel territorio italiano è consentito agli stranieri extraui che dimostrino di avere mezzi finanziari per il loro sostentamento e abbiano a disposizione la somma necessaria al rimpatrio, eventualmente dimostrabile con esibizione del biglietto di ritorno। ਹੁਣ ਇਹਦੇ ਵਿੱਚ ਕਹਿੰਦੇ ਆ ਇੰਗਰੈਸੋ ਨੈਲ ਟੈਰੀਟੋਰੀਓ ਇਟਾਲੀਆਨੋ è consentito agli stranieri extraui ਜਿਹੜੇ ਗੈਰ ਯੂਰਪੀ ਵਿਦੇਸ਼ੀ ਆ ਉਹਨਾਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਜਿਹੜੀ ਅਲਾਉਡ ਆ ਕਿ dimostrini ਉਹਨਾਂ ਨੂੰ ਜਿਹੜੇ ਕਿ ਦਿਖਾ ਸਕਦੇ ਹੋਣ ਦੀ avere mezzi finanziari ਆਪਣੇ ਵਿੱਤੀ ਸਾਧਨ ਦਿਖਾ ਸਕਦੇ ਹੋਣ per il loro sostentamento ਮਤਲਬ ਰੋਜ਼ੀ ਰੋਟੀ ਲਈ ਜਿਨ੍ਹਾਂ ਦੇ ਕੋਲ ਉੱਥੇ ਰੋਜ਼ੀ ਰੋਟੀ ਦੇ ਲਈ ਵਿੱਤੀ ਸਾਧਨ ਹੋਣ ਉਹਨਾਂ ਨੂੰ ਉਹਨਾਂ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਅਲਾਉਡ ਹੁੰਦੀ ਆ ਅਤੇ abbiano a disposizione la somma necessaria al rimpatrio ਤੇ ਜਿਹੜੇ ਵਾਪਸੀ ਲਈ ਉਹਨਾਂ ਦੇ ਕੋਲ ਅਮਾਉਂਟ ਹੈਗੀ ਆ ਪੈਸੇ ਹੈਗੇ ਆ ਇਹ ਦਿਖਾ ਸਕਦੇ ਹੋਣ eventualmente dimostrabile con esibizione del biglietto di ritorno ਤੇ ਜਿਹੜੇ ਕਿ ਆਪਣੀ ਵਾਪਸੀ ਵਾਲੀ ਟਿਕਟ ਦਿਖਾ ਸਕਦੇ ਹੋਣ ਵੀ ਉਹਨਾਂ ਕੋਲ ਵਾਪਸੀ ਲਈ ਟਿਕਟ ਹੈਗੀ ਆ ਉਹਨਾਂ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਅਲਾਉਡ ਹੁੰਦੀ ਆ। ਵੇਰੋ Fifth, tutti i cittadini che non appartengono a stati UI possono entrare in Italia presentando il passaporto e nei casi in cui è richiesto il visto rilasciato nel loro stato di provenienza। ਸਟਾਤੋ ਦੀ ਪ੍ਰੋਵੀਨੀਅੰਸ ਦਾ ਮਤਲਬ ਜਿਹੜੇ ਦੇਸ਼ ਦੇ ਉਹ ਨਾਗਰਿਕ ਆ ਉਹ ਮੂਲ ਦੇਸ਼। tutti i cittadini ਉਹ ਸਾਰੇ ਨਾਗਰਿਕ ਕਿ non appartengono a stati UI ਜਿਹੜੇ ਕਿ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੂੰ ਸੰਬੰਧ ਨਹੀਂ ਰੱਖਦੇ ਉਹਨਾਂ ਸਾਰੇ ਨਾਗਰਿਕਾਂ ਨੂੰ possono entrare in Italia ਉਹ ਸਾਰੇ ਐਂਟਰ ਕਰ ਸਕਦੇ ਇਟਾਲੀਆ ਦੇ ਵਿੱਚ presentando il passaporto ਆਪਣਾ ਪਾਸਪੋਰਟ ਦਿਖਾ ਕੇ ਐਂਟਰ ਕਰ ਸਕਦੇ ਆ nei casi in cui è richiesto ਜਦੋਂ ਕਿ ਪੁੱਛਿਆ ਜਾਵੇ il visto rilasciato nel loro stato di provenienza
ਤੇ ਪਾਸਪੋਰਟ ਤੇ ਵੀਜ਼ਾ ਦਿਖਾ ਕੇ ਐਂਟਰ ਕਰ ਸਕਦੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੇ ਮੂਲ ਦੇਸ਼ ਦੁਆਰਾ ਜਾਰੀ ਕੀਤਾ ਗਿਆ ਹੈ। Vero Sixth, il passaporto può essere individuale o collettivo। ਜਿਹੜਾ ਪਾਸਪੋਰਟ ਹੁੰਦਾ ਹੈ ਉਹ ਇੰਡੀਵਿਦੂਅਲ ਵੀ ਹੋ ਸਕਦਾ, ਵਿਅਕਤੀਗਤ ਵੀ ਹੋ ਸਕਦਾ ਹੈ ਤੇ collettivo ਵੀ ਹੋ ਸਕਦਾ ਹੈ। Vero ਇਹ ਦੇਖੋ ਜਿਹੜਾ ਪਾਸਪੋਰਟ ਹੁੰਦਾ ਹੈ ਇਹ ਇੰਡੀਵਿਦੂਅਲ ਇੱਕ ਜਣੇ ਦਾ ਵੀ ਹੋ ਸਕਦਾ ਹੈ ਤੇ collettivo ਇਕੱਠਿਆਂ ਦਾ ਵੀ ਹੋ ਸਕਦਾ, ਗਰੁੱਪ ਦਾ ਵੀ ਹੋ ਸਕਦਾ ਹੈ ਤੇ ਉਸ ਗਰੁੱਪ ਦੇ ਵਿੱਚ ਘੱਟ ਤੋਂ ਘੱਟ ਜਿਹੜੇ 5 ਜਣੇ ਹੋ ਸਕਦੇ ਆ ਤੇ ਵੱਧ ਤੋਂ ਵੱਧ 50 ਜਣੇ ਹੋ ਸਕਦੇ ਆ। Next, domanda number 7. Il visto è autorizzazione concessa allo straniero extra UI per ingresso nel territorio italiano stampato su una carta adesiva e si applica sul passaporto o altro documento di viaggio del richiedente। richiedente मतलब बिनेकार। Il visto è autorizzazione concesso alla straniero extra UI। ਇਹ ਜਿਹੜੇ ਗੈਰ ਯੂਰਪੀ ਵਿਦੇਸ਼ੀ ਹੁੰਦੇ ਆ ਉਹਨਾਂ ਨੂੰ ਅਧਿਕਾਰ ਦਿੱਤਾ ਜਾਂਦਾ ਆ, ਵੀਜ਼ੇ ਦਾ ਮਤਲਬ ਇਹ ਹੁੰਦਾ ਆ per ingresso nel territorio della Repubblica Italiana। ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਕਰਨ ਦੇ ਲਈ ਅਧਿਕਾਰ ਦਿੱਤਾ ਜਾਂਦਾ ਹੈ ਗੈਰ ਯੂਰਪੀ ਵਿਦੇਸ਼ੀਆਂ ਨੂੰ। ਵੀਜ਼ੇ ਦਾ ਮਤਲਬ ਇਹ ਹੁੰਦਾ ਆ ਅਤੇ ਇਹ ਜਿਹੜਾ ਵੀਜ਼ਾ ਹੁੰਦਾ ਆ ਇਹ ਸਟੰਪਾਤੋ ਸੂ ਕਾਰਤਾ ਐਡੇਸਿਵਾ। ਸਟੰਪਾਤਾ ਮਤਲਬ ਛਾਪਿਆ ਜਾਂਦਾ ਆ, ਸੂ ਕਾਰਤਾ ਐਡੇਸਿਵਾ ਮਤਲਬ ਇੱਕ ਚਿਪਕਣ ਵਾਲੇ ਕਾਗਜ਼ ਦੇ ਉੱਤੇ ਛਾਪਿਆ ਜਾਂਦਾ ਆ ਜਿਹੜਾ ਵੀਜ਼ਾ। ਇਹ ਸੀ ਐਪਲੀਕਾ ਸੁਲ ਪਾਸਾਪੋਰਟੋ ਤੇ ਇਹਨੂੰ ਪਾਸਪੋਰਟ ਦੇ ਉੱਤੇ ਇਸ ਚਿਪਕਣ ਵਾਲੇ ਕਾਗਜ਼ ਨੂੰ ਅਪਲਾਈ ਕਰ ਦਿੱਤਾ ਜਾਂਦਾ ਆ ਜਾਂ ਪਾਸਪੋਰਟ ਤੇ ਜਾਂ altro documento di viaggio del richiedente। ਜਿਹੜਾ ਬਿਨੇਕਾਰ ਹੁੰਦਾ ਆ ਉਹਦੇ ਹੋਰ ਡਾਕੂਮੈਂਟ ਤੇ ਸਫ਼ਰ ਕਰਨ ਵਾਲੇ ਹੋਰ ਡਾਕੂਮੈਂਟ ਦੇ ਉੱਤੇ ਅਪਲਾਈ ਕਰ ਦਿੱਤਾ ਜਾਂਦਾ ਹੈ। Vero 8th, ingresso nel territorio italiano è consentito senza altre formalite agli stranieri extra UI che dimostrino di avere parenti incensurati। ਇਹਦੇ ਵਿੱਚ ਕਿਹਾ ਗਿਆ ਹੈ ingresso nel territorio italiano è consentito। ਜਿਹੜੀ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਜਿਹੜੀ ਆ ਉਹ ਅਲਾਉਡ ਹੁੰਦੀ ਆ ਸੈਂਸਾ oltre formalite ਹੋਰ ਫਾਰਮੈਲਿਟੀਜ਼ ਤੋਂ ਬਿਨਾ ਆਲੀ ਸਟ੍ਰਾਨੇਰੀ ਐਕਸਟਰਾ ਹੋਈ ਜਿਹੜੇ ਗੈਰ ਯੂਰਪੀ ਵਿਦੇਸ਼ੀ ਹੁੰਦੇ ਆ ਉਹਨਾਂ ਨੂੰ ਐਂਟਰੀ ਅਲਾਉਡ ਹੁੰਦੀ ਆ ਜਿਹੜੇ ਕਿ ਡਿਮੋਸਟਰੀਨੋ ਦੀ ਅਵੇਰੇ ਪਾਰੇਂਤੀ ਇੰਚੈਂਸੂਰਾਤੀ ਜਿਹੜੇ ਕਿ ਇਹ ਦੱਸ ਸਕਦੇ ਹੋਣ, ਦਿਖਾ ਸਕਦੇ ਹੋਣ ਵੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਇਟਾਲੀਆ ਦੇ ਵਿੱਚ ਰਹਿੰਦੇ ਆ, ਉਹਨਾਂ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਹੁੰਦੀ ਆ। ਫਾਲਸੋ। 9th, ingresso nel territorio italiano è consentito agli stranieri extra UI che siano stati segnalati al sistema informativa Schengen ai fini della non emissione। ingresso nel territorio italiano è consentito agli stranieri extra UI ਮਤਲਬ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਹੁੰਦੀ ਆ ਜਿਨ੍ਹਾਂ ਦੇ ਬਾਰੇ che siano stati segnalati al sistema informativa ਸ਼ੈਨੇਗਨ ਜਿਨ੍ਹਾਂ ਦੇ ਬਾਰੇ ਜਿਹੜਾ ਸ਼ੈਨੇਗਨ ਇਨਫੋਰਮੇਸ਼ਨ ਸਿਸਟਮ ਆ ਉਹਨੂੰ ਸੂਚਿਤ ਕੀਤਾ ਗਿਆ ਹੋਵੇ ਆਈ ਫਿਨੀ ਦੈਲਾ ਨੌਨ ਐਮਿਸਿਓਨੇ ਵੀ ਉਹਨਾਂ ਨੂੰ ਜਿਹੜੀ ਆ ਐਂਟਰੀ ਨਹੀਂ ਦਿੱਤੀ ਗਈ। ਸ਼ੈਨੇਗਨ ਇਨਫੋਰਮੇਸ਼ਨ ਸਿਸਟਮ ਜਿਹੜਾ ਆ ਉਹਨੂੰ ਸੂਚਿਤ ਕੀਤਾ ਗਿਆ ਹੋਵੇ ਉਹਨਾਂ ਜਿਹੜੇ ਗੈਰ ਯੂਰਪੀ ਵਿਦੇਸ਼ੀਆਂ ਨੂੰ ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਅਲਾਉਡ ਹੁੰਦੀ ਆ। ਫਾਲਸੋ। 10th, il passaporto collettivo può essere rilasciato a gruppi che viaggiano con finalità diverse e che sono composti da almeno 100 persone। ਇਹ ਜਿਹੜਾ ਕੋਲੈਕਟਿਵੋ ਪਾਸਾਪੋਰਟੋ ਹੁੰਦਾ ਆ può essere rilasciato a gruppi ਇਹ ਉਹਨਾਂ ਗਰੁੱਪਸ ਨੂੰ ਜਾਰੀ ਕੀਤਾ ਜਾਂਦਾ, ਉਹਨਾਂ ਗਰੁੱਪਾਂ ਨੂੰ ਜਾਰੀ ਕੀਤਾ ਜਾਂਦਾ ਆ ਕਿ viaggiano con finalità diverse। finalità diverse ਮਤਲਬ ਵੱਖ-ਵੱਖ ਉਦੇਸ਼ਾਂ ਦੇ ਲਈ ਜਿਹੜੇ ਸਫ਼ਰ ਕਰਦੇ ਆ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਆ ਕਿ sono composti da almeno 100 persone ਤੇ ਉਹਨਾਂ ਗਰੁੱਪਸ ਦੇ ਵਿੱਚ ਘੱਟੋ ਘੱਟ 100 ਪਰਸਨ ਹੋਣ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਹੈ ਪਾਸਾਪੋਰਟੋ ਕੋਲੈਕਟਿਵੋ। ਫਾਲਸੋ। ਪਾਸਾਪੋਰਟੋ ਕੋਲੈਕਟਿਵੋ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਹੈ ਉਹਨਾਂ ਗਰੁੱਪਸ ਨੂੰ ਜਾਰੀ ਕੀਤਾ ਜਾਂਦਾ ਹੈ ਜਿਹਦੇ ਵਿੱਚ ਘੱਟ ਤੋਂ ਘੱਟ 5 ਬੰਦੇ ਹੋਣ ਤੇ ਵੱਧ ਤੋਂ ਵੱਧ 50 ਪਰਸਨ ਹੋਣ। ਹੁਣ ਇੱਥੇ ਕਹਿੰਦੇ almeno 100 persone ਹੋਣ। ਫਾਲਸੋ। 11th, la carta d'identità valida per espatrio sostituisce il passaporto all'attraversamento di tutte le frontiere। espatrio means ਜਦੋਂ ਕਿਸੇ ਕੰਟਰੀ ਦੀ ਹੱਦ ਪਾਰ ਕਰਨੀ ਆ
La carta d'identità valida per espatrio sostituisce il passaporto all'attraversamento di tutte le frontiere। ਹੁਣ ਇਸ ਜ਼ਮਾਨੇ ਦੇ ਵਿੱਚ ਕਿਹਾ ਗਿਆ ਆ ਵੀ ਜਿਹੜਾ ਤੁਸੀਂ ਬਾਰਡਰ ਕ੍ਰਾਸ ਕਰਨੇ ਆ ਉਦੋਂ ਜਿਹੜਾ ਕਾਰਤਾ ਇਡੈਂਟੀਟਾ ਆ ਉਹ ਪਾਸਪੋਰਟ ਦੀ ਜਗ੍ਹਾ ਤੇ ਵਰਤਿਆ ਜਾ ਸਕਦਾ ਆ। ਫਾਲਸੋ 12th gli stranieri extraui che vengono in Italia per visite, affari, turismo e studio per periodi non superiori ai 3 mesi devono chiedere il permesso di soggiorno। ਸਟਰਾਨੇਰੀ ਐਕਸਟਰਾ ਹੋਈ ਜਿਹੜੇ ਗੈਰ ਯੂਰਪੀ ਵਿਦੇਸ਼ੀ ਵੈਂਗੋਨੋ ਇਨ ਇਟਾਲੀਆ ਜਿਹੜੇ ਇਟਾਲੀਆ ਦੇ ਵਿੱਚ ਆਉਂਦੇ ਆ ਫਿਰ ਵਿਜ਼ਿਟ ਲਈ ਅਫਾਰੀ ਮਤਲਬ ਕਿਸੇ ਬਿਜ਼ਨਸ ਲਈ ਟੂਰਿਜ਼ਮੋ ਮੀਨਸ ਸੈਰ ਸਪਾਟੇ ਲਈ ਜਾਂ ਸਟੂਡੀਓ ਸਟੱਡੀ ਲਈ ਆਉਂਦੇ ਆ ਫਿਰ ਪੀਰੀਓਦੀ ਨੋਨ ਸੁਪਰੀਓਰੀ ਆ 3 ਮੇਜ਼ੀ ਤੇ ਉਹ 3 ਮਹੀਨਿਆਂ ਤੋਂ ਜ਼ਿਆਦਾ ਸਮਾਂ ਰਹਿਣ ਲਈ ਨਹੀਂ ਆਉਂਦੇ ਉਹਨਾਂ ਗੈਰ ਯੂਰਪੀ ਵਿਦੇਸ਼ੀਆਂ ਨੂੰ ਦੇਵੋਨੋ chiedere il permesso di soggiorno ਉਹਨਾਂ ਨੂੰ ਪਰਮੇਸੋ ਦੀ ਸਜੋਰਨੋ ਲਈ ਅਪਲਾਈ ਕਰਨਾ ਪੈਣਾ ਆ। ਫਾਲਸੋ 3 ਮਹੀਨਿਆਂ ਤੱਕ ਨਹੀਂ ਅਪਲਾਈ ਕਰਨਾ ਪੈਂਦਾ ਜੇ 3 ਮਹੀਨਿਆਂ ਲਈ ਘੁੰਮਣ ਫਿਰਨ ਕੋਈ ਆਇਆ ਹੋਵੇ ਜਾਂ ਸਟੱਡੀ ਕਰਨ ਲਈ ਆਇਆ ਹੋਵੇ ਜਾਂ ਕਿਸੇ ਵਿਜ਼ਿਟ ਲਈ ਆਇਆ ਹੋਵੇ 3 ਮਹੀਨੇ ਤੋਂ ਜ਼ਿਆਦਾ ਰਹਿਣਾ ਹੋਵੇ ਫਿਰ ਪਰਮੇਸੋ ਦੀ ਸਜੋਰਨੋ ਲਈ ਅਪਲਾਈ ਕਰਨਾ ਪੈਂਦਾ ਹੈ ਉਹ ਵੀ ਕੰਮ ਵਾਲੇ 8 ਦਿਨਾਂ ਦੇ ਅੰਦਰ ਜਦੋਂ ਤੁਸੀਂ ਐਂਟਰ ਕੀਤੇ ਇਟਾਲੀਆ ਦੇ ਵਿੱਚ। Next a page number 6, domanda prima. Il visto è un'autorizzazione concessa allo straniero per l'ingresso nel territorio della Repubblica Italiana। Il visto मतलब ਜਿਹੜਾ ਵੀਜ਼ਾ ਆ ਇਹ un'autorizzazione concessa allo straniero ਸਟਰਾਨੇਰੀ ਨੂੰ ਵਿਦੇਸ਼ੀ ਨੂੰ ਜਿਹੜਾ ਅਧਿਕਾਰ ਦਿੱਤਾ ਜਾਂਦਾ ਆ per ingresso nel territorio della Repubblica Italiana ਇਟਾਲੀਆ ਦੇ ਖੇਤਰ ਦੇ ਵਿੱਚ ਐਂਟਰੀ ਦੇ ਲਈ ਜਿਹੜਾ ਵਿਦੇਸ਼ੀ ਨੂੰ ਅਧਿਕਾਰ ਦਿੱਤਾ ਜਾਂਦਾ ਆ ਉਹਨੂੰ ਵੀਜ਼ਾ ਕਿਹਾ ਜਾਂਦਾ ਆ। Vero? Second, il visto è rilasciato dalle ambasciate e dai consolati italiani nello stato di origine o della stabile residenza dello straniero। Stato di origine ਮਤਲਬ ਜਿਹੜਾ ਮੂਲ ਦੇਸ਼ ਹੁੰਦਾ ਆ ਉਹ della stabile residenza dello straniero ਮਤਲਬ ਸਟਰਾਨੇਰੀ ਜਿਹੜਾ ਵਿਦੇਸ਼ੀ ਆ ਉਹਦਾ ਜਿੱਥੇ ਦਾ ਪਰਮਾਨੈਂਟ ਰੈਜ਼ੀਡੈਂਸ ਆ ਉਹਨੂੰ ਕਹਿੰਦੇ ਆ ਸਟਾਬਿਲੇ ਰੈਜ਼ੀਡੈਂਸਾ dello straniero ਜਿੱਥੇ ਪਰਮਾਨੈਂਟ ਰਹਿائش ਹੈ ਨਾ ਉਸ ਵਿਦੇਸ਼ੀ ਦੀ। Il visto è rilasciato dalle ambasciate ਜਿਹੜਾ ਵੀਜ਼ਾ ਹੁੰਦਾ ਹੈ ਇਹ ਜਾਰੀ ਕੀਤਾ ਜਾਂਦਾ ਹੈ ਅੰਬੈਸੀ ਦੁਆਰਾ ਇਹ dai consolati italiani ਇਟਾਲੀਅਨ ਕੌਂਸੂਲੇਟਸ ਜਿਹੜੇ ਹੁੰਦੇ ਆ ਉਹਨਾਂ ਦੁਆਰਾ ਜਾਰੀ ਕੀਤਾ ਜਾਂਦਾ ਹੈ nello stato di origine ਜਿੱਥੇ ਤੁਸੀਂ ਮੂਲ ਦੇਸ਼ ਦੇ ਨਾਗਰਿਕ ਆ ਉੱਥੇ ਦੇ ਅੰਬੈਸੀਜ਼ ਦੁਆਰਾ ਇਹ ਜਿਹੜਾ ਵੀਜ਼ਾ ਆ ਇਹ ਜਾਰੀ ਕੀਤਾ ਜਾਂਦਾ ਆ ਸਟਰਾਨੇਰੀ ਨੂੰ। Vero? Third, non è possibile il rilascio del visto né la proroga allo straniero che già si trovi in Italia। ਇਹਦੇ ਵਿੱਚ ਕਿਹਾ ਗਿਆ ਆ ਵੀ ਉਹ ਸਟਰਾਨੇਰੀ ਜਿਹੜਾ ਕਿ ਪਹਿਲਾਂ ਹੀ ਇਟਾਲੀਆ ਦੇ ਵਿੱਚ ਪਾਇਆ ਗਿਆ ਆ ਉਹਨੂੰ ਜਿਹੜਾ ਆ ਵੀਜ਼ਾ ਜਾਰੀ ਕੀਤਾ ਜਾਣਾ ਅਤੇ ਉਸ ਵੀਜ਼ੇ ਨੂੰ ਵਧਾਇਆ ਜਾਣਾ ਸੰਭਵ ਨਹੀਂ ਹੁੰਦਾ। Vero? Fourth, i cittadini di alcuni stati non sono obbligati a richiedere il visto di ingresso per soggiorni, per turismo, missioni, affari, invito e gara sportiva, purché non superiori a 90 giorni। I cittadini di alcuni stati ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ non sono obbligati ਜ਼ਰੂਰੀ ਨਹੀਂ ਹੁੰਦਾ a richiedere il visto di ingresso ਐਂਟਰੀ ਲਈ ਵੀਜ਼ਾ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਜ਼ਰੂਰੀ ਨਹੀਂ ਹੁੰਦਾ per soggiorni, per turismo, missione, affari, turismo means tourism ਲਈ missione ਕਿਸੇ ਮਿਸ਼ਨ ਲਈ affari ਕਿਸੇ ਕਾਰੋਬਾਰ ਲਈ ਕਿਸੇ ਬਿਜ਼ਨਸ ਲਈ ਇਨਵੀਟੋ ਮਤਲਬ ਜੇ ਉਹਨਾਂ ਨੂੰ ਕਿਸੇ ਨੇ ਇਨਵਾਈਟ ਕੀਤਾ ਆ ਇਹ gara sportiva ਮਤਲਬ ਕਿਸੇ ਖੇਡ ਮੁਕਾਬਲੇ ਲਈ porque non superiori a 90 giorni ਕਿਉਂਕਿ ਉਹਨਾਂ ਨੇ 90 ਦਿਨਾਂ ਤੋਂ ਜ਼ਿਆਦਾ ਉਸ ਦੇਸ਼ ਦੇ ਵਿੱਚ ਨਹੀਂ ਰਹਿਣਾ ਇਸ ਲਈ ਕੁਝ ਦੇਸ਼ ਦੇ ਨਾਗਰਿਕਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੁੰਦੀ। Vero? Fifth, lo straniero extraui che entra legalmente in Italia e intende soggiornarvi per più di 3 mesi dovrà richiedere il permesso di soggiorno entro 8 giorni lavorativi। lo stranieri extraui ਜਿਹੜੇ ਗੈਰ ਯੂਰਪੀ ਵਿਦੇਸ਼ੀ ਆ ਕਿ entra legalmente in Italia ਤੇ ਉਹ ਇਟਾਲੀਆ ਦੇ ਵਿੱਚ ਲੀਗਲੀ ਐਂਟਰ ਕਰਦਾ ਆ
ਇਹ intende soggiornarvi per più di 3 mesi ਤੇ ਉਹਦਾ ਇਰਾਦਾ ਆ ਉੱਥੇ 3 ਮਹੀਨਿਆਂ ਤੋਂ ਜ਼ਿਆਦਾ ਰਹਿਣ ਦਾ, ਜ਼ਿਆਦਾ ਚਿਰ ਸਟੇ ਕਰਨ ਦਾ। dovrà richiedere il permesso di soggiorno entro 8 giorni lavorativi ਤਾਂ ਉਹਨੂੰ ਪਰਮੇਸੋ ਦੀ ਸਜੋਰਨੋ ਲਈ 8 ਦਿਨਾਂ ਦੇ ਅੰਦਰ ਅੰਦਰ ਅਪਲਾਈ ਕਰਨਾ ਪੈਣਾ। vero sixth il visto è una firma di convalida del timbro di entrata effettuata al momento dell'ingresso nel territorio della Repubblica Italiana। ਹੁਣ ਇਹਦੇ ਵਿੱਚ ਕਹਿੰਦੇ ਵੀਜ਼ਾ ਜਿਹੜਾ ਆ ਉਹ ਹੁੰਦਾ ਆ ਇਹ una firma di convalida del timbro di entrata effettuata al momento dell'ingresso nel territorio della Repubblica Italiana। ਜਦੋਂ ਇਟਾਲੀਆ ਦੇ ਖੇਤਰ ਦੇ ਵਿੱਚ ਜਦੋਂ ਐਂਟਰੀ ਕੀਤੀ ਜਾਂਦੀ ਆ ਉਸ ਮੂਮੈਂਟ ਤੇ ਉਸ ਸਮੇਂ ਤੇ ਜਿਹੜੀ ਸਟੈਂਪ ਤਿੰਬਰੋ ਦੀ ਇੰਤਰਾਤਾ ਮਤਲਬ ਐਂਟਰੀ ਵੇਲੇ ਸਟੈਂਪ ਜਿਹੜੀ ਲਾਈ ਜਾਂਦੀ ਆ ਤੇ ਫੀਰਮਾ ਕੀਤਾ ਜਾਂਦਾ ਆ ਉਹਨੂੰ ਵੀਜ਼ਾ ਕਿਹਾ ਜਾਂਦਾ ਹੈ। ਫਾਲਸੋ। Seventh, il visto rilasciato dalle ambasciate e dai consolati italiani nello stato di origine o della stabile residenza dello straniero consente la libera circolazione in tutti gli stati europei। Il visto rilasciato dalle ambasciate e dai consolati italiani ਇਹ ਜਿਹੜੇ ਅੰਬੈਸੀਜ਼ ਹੁੰਦੀਆਂ ਆ ਜਾਂ ਜਿਹੜੇ ਕੰਸੂਲਾਤੀ ਇਟਾਲੀਆਨੀ ਹੁੰਦੇ ਆ ਉਹਨਾਂ ਦੁਆਰਾ ਜਿਹੜਾ ਵੀਜ਼ਾ ਜਾਰੀ ਕੀਤਾ ਗਿਆ ਹੁੰਦਾ ਆ ਨੈਲੋ ਸਟਾਤੋ ਦੀ ਓਰੀਜਿਨੇ ਉਹ ਡੈਲੋ ਸਟਾਬਿਲੇ ਰੈਜ਼ੀਡੈਂਸਾ ਡੈਲੋ ਸਟ੍ਰਾਨੇਰੀ ਵੀ ਜਿੱਥੇ ਦਾ ਵਿਦੇਸ਼ੀ ਜਿਹੜਾ ਆ ਉਹਦਾ ਮੇਨ ਰੈਜ਼ੀਡੈਂਸ ਆ ਜਾਂ ਜਿੱਥੇ ਦਾ ਉਹ ਨਾਗਰਿਕ ਆ ਉੱਥੇ ਦੀਆਂ ਅੰਬੈਸੀਜ਼ ਦੁਆਰਾ ਜਿਹੜਾ ਵੀਜ਼ਾ ਜਾਰੀ ਕੀਤਾ ਜਾਂਦਾ ਆ ਉਹਦੇ ਨਾਲ consente la libera circolazione in tutti gli stati europei ਉਹਦੇ ਨਾਲ ਉਹ ਬੰਦਾ ਜਿਹੜਾ ਆ ਪਰਸਨ ਜਿਹੜਾ ਆ ਉਹ ਲਿਬਰਾ ਸਰਕੂਲੇਸ਼ਨੇ ਮਤਲਬ ਸੁਤੰਤਰ ਤੌਰ ਤੇ ਜਿੱਦਾਂ ਮਰਜ਼ੀ ਘੁੰਮ ਫਿਰ ਸਕਦਾ ਹੈ ਯੂਰਪ ਦੀਆਂ ਸਾਰੀਆਂ ਸਟੇਟਸ ਦੇ ਵਿੱਚ। ਫਾਲਸੋ ਜੇ ਇਟਾਲੀਆ ਦੇ ਜਿਹੜੀਆਂ ਅੰਬੈਸੀਜ਼ ਆ ਉਹਨਾਂ ਨੇ ਵੀਜ਼ਾ ਜਾਰੀ ਕੀਤਾ ਤਾਂ ਉਹਦੇ ਨਾਲ ਪਰਸਨ ਜਿਹੜਾ ਆ ਉਹ ਸਿਰਫ ਇਟਾਲੀਆ ਦੇ ਵਿੱਚ ਘੁੰਮ ਸਕਦਾ ਆ। ਹੁਣ ਇੱਥੇ ਕਹਿੰਦੇ ਆ ਉਹ ਯੂਰਪ ਦੀਆਂ ਸਾਰੀਆਂ ਸਟੇਟਸ ਦੇ ਵਿੱਚ ਘੁੰਮ ਫਿਰ ਸਕਦਾ ਆ ਇਸ ਲਈ ਇਹ ਦਮੰਦਾ ਫਾਲਸੋ ਹੈ। 8th I cittadini di alcuni stati non sono obbligati a richiedere il visto di ingresso per soggiorni per turismo, missione, affari, invito e gara sportiva purché superiori a 120 giorni। I cittadini di alcuni stati ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ non sono obbligati ਜ਼ਰੂਰੀ ਨਹੀਂ ਹੁੰਦਾ a richiedere il visto di ingresso entry ਲਈ ਵੀਜ਼ਾ ਜ਼ਰੂਰੀ ਨਹੀਂ ਹੁੰਦਾ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ per soggiorni per turismo ਜੇ ਉਹਨਾਂ ਨੇ ਸਟੇ ਕਰਨੀ ਹੋਵੇ ਟੂਰਿਜ਼ਮ ਲਈ ਮਿਸ਼ਨਿਓਨੇ ਕਿਸੇ ਮਿਸ਼ਨ ਲਈ ਅਫਾਰੀ ਕਿਸੇ ਕਾਰੋਬਾਰ ਲਈ ਇਨਵੀਟੋ ਮਤਲਬ ਜੇ ਉਹਨਾਂ ਨੂੰ ਕਿਸੇ ਨੇ ਇਨਵਾਈਟ ਕੀਤਾ ਆ ਇਹ ਗਾਰਾ ਸਪੋਰਟੀਵਾ ਮਤਲਬ ਕਿਸੇ ਖੇਡ ਮੁਕਾਬਲੇ ਵਿੱਚ ਪਾਰਟਿਸਿਪੇਟ ਕੀਤਾ ਆ ਤਾਂ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਐਂਟਰੀ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਪੁਰਕੇ ਸੁਪਰੀਓਰੀ ਆ 120 giorni ਕਿਉਂਕਿ ਉਹਨਾਂ ਨੇ 120 ਦਿਨਾਂ ਤੋਂ ਜ਼ਿਆਦਾ ਰਹਿਣਾ ਆ ਇਸ ਲਈ। ਫਾਲਸੋ 90 giorni ਤੋਂ ਜ਼ਿਆਦਾ ਰਹਿਣਾ ਆ ਤਾਂ ਉਹਦੇ ਲਈ ਵੀਜ਼ਾ ਲੈਣਾ ਹੀ ਪੈਣਾ ਆ। ਹੁਣ ਇੱਥੇ ਕਹਿੰਦੇ ਵੀਜ਼ਾ ਲੈਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਨੇ 120 ਦਿਨਾਂ ਤੋਂ ਜ਼ਿਆਦਾ ਰਹਿਣਾ ਆ। ਫਾਲਸੋ। 9th il visto Schengen uniforme consente il transito o il breve soggiorno fino a 150 giorni। ਇਹ ਜਿਹੜਾ ਸ਼ੈਨਗਨ ਵੀਜ਼ਾ ਹੁੰਦਾ ਆ ਉਹਦੇ ਨਾਲ ਟ੍ਰਾਂਜ਼ਿਟ ਮਤਲਬ ਸਟੇ ਜਾਂ ਬ੍ਰੇਵੇ ਸੋਜੋਰਨੋ ਮਤਲਬ ਸ਼ਾਰਟ ਸਟੇ ਜਿਹੜੀ ਆ ਕੀਤੀ ਜਾ ਸਕਦੀ ਆ ਫਿਨੋ ਆ 150 giorni 150 ਦਿਨਾਂ ਤੱਕ ਸਟੇ ਕੀਤੀ ਜਾ ਸਕਦੀ ਹੈ ਜੇ ਕਿਸੇ ਕੋਲ ਸ਼ੈਨਗਨ ਦਾ ਵੀਜ਼ਾ ਹੈ। ਫਾਲਸੋ। 10th il visto può essere individuale o collettivo e se di tipo collettivo ha la durata massima è di 60 giorni। ਜਿਹੜਾ ਵੀਜ਼ਾ ਆ ਉਹ ਇੰਡੀਵਿਦੁਆਲੇ ਵੀ ਹੋ ਸਕਦਾ ਆ ਤੇ ਕੋਲੈਕਟਿਵੋ ਵੀ ਹੋ ਸਕਦਾ ਆ ਇਹ ਮਤਲਬ ਇੱਕ ਜਣੇ ਦਾ ਵੀ ਹੋ ਸਕਦਾ ਤੇ ਗਰੁੱਪ ਵਿੱਚ ਇਕੱਠਿਆਂ ਦਾ ਵੀ ਹੋ ਸਕਦਾ ਆ ਅਤੇ ਸੇ ਦੀ ਟਿਪੋ ਕੋਲੈਕਟਿਵੋ ਤੇ ਜੇ ਕਲੈਕਟਿਵ ਟਾਈਪ ਦਾ ਆ ਗਰੁੱਪ ਦਾ ਇਕੱਠਿਆਂ ਦਾ ਆ ਤਾਂ ਆਲਾ ਦੁਰਾਤਾ ਮਾਸਿਮਾ ਦੀ 60 giorni ਤਾਂ ਉਹਦੀ ਡਿਊਰੇਸ਼ਨ ਜਿਹੜੀ ਆ ਉਹ ਮੈਕਸਿਮਮ ਵੱਧ ਤੋਂ ਵੱਧ 60 ਦਿਨਾਂ ਦੀ ਹੋ ਸਕਦੀ ਆ। ਫਾਲਸੋ। 11th il visto è rilasciato dal tribunale italiano allo straniero che intende soggiornarvi। ਜਿਹੜਾ ਵੀਜ਼ਾ ਆ ਉਹ ਟ੍ਰਿਬੂਨਾਲੇ ਇਟਾਲੀਆਨੋ ਮਤਲਬ ਇਟਾਲੀਆ ਦੀਆਂ ਅਦਾਲਤਾਂ ਦੁਆਰਾ ਜਾਰੀ ਕੀਤਾ ਜਾਂਦਾ ਆ allo straniero ਸਟ੍ਰਾਨੇਰੀ ਨੂੰ che intende soggiornarvi ਜਿਹਦਾ ਕਿ ਇਰਾਦਾ ਹੈਗਾ ਆ ਸਟੇ ਕਰਨ ਦਾ ਉਸ ਸਟ੍ਰਾਨੇਰੀ ਨੂੰ ਟ੍ਰਿਬੂਨਾਲੇ ਦੁਆਰਾ ਜਾਰੀ ਕੀਤਾ ਜਾਂਦਾ ਆ ਵੀਜ਼ਾ। ਫਾਲਸੋ। 12th lo straniero extraui che entra legalmente in Italia entro
30 giorni lavorativi dovrà richiedere il permesso di soggiorno. Lo stranieri o extraui, ਜਿਹੜਾ extraui ਗੈਰ ਯੂਰਪੀ ਵਿਦੇਸ਼ੀ ਆ entra in Italia legalmente ਜਿਹੜਾ ਕਿ ਇਟਾਲੀਆ ਦੇ ਵਿੱਚ ਲੀਗਲੀ ਐਂਟਰ ਕਰਦਾ ਆ ਉਹਨੂੰ entro 30 giorni lavorativi ਉਹਨੂੰ ਕੰਮ ਵਾਲੇ 30 ਦਿਨਾਂ ਦੇ ਅੰਦਰ ਅੰਦਰ dovrà richiedere il permesso di soggiorno permesso di soggiorno ਲਈ ਅਪਲਾਈ ਕਰਨਾ ਪੈਣਾ ਆ ਕੰਮ ਵਾਲੇ 30 ਦਿਨਾਂ ਦੇ ਅੰਦਰ ਅੰਦਰ ਉਹ ਗੈਰ ਯੂਰਪੀ ਵਿਦੇਸ਼ੀ ਨੂੰ ਜਿਹੜਾ ਕਿ ਲੀਗਲੀ ਐਂਟਰ ਕਰਦਾ ਇਟਾਲੀਆ ਦੇ ਵਿੱਚ ਫਾਲਸੋ 30 ਦਿਨਾਂ ਦੇ ਅੰਦਰ ਅੰਦਰ ਨਹੀਂ 8 ਦਿਨਾਂ ਦੇ ਅੰਦਰ ਅੰਦਰ ਅਪਲਾਈ ਕਰਨਾ ਪੈਂਦਾ ਹੁੰਦਾ ਹੈ